सन्मानयोग गुरु निवाजी साध संगत जीओ। सतगुरु जी दी परम पवित्र हजूरी अंदर बैठ के आप जी ने गुरबाणी कीर्तन बड़े प्यार नाल श्रवण कीता है। आओ हुण अपनियां मनोबिरतियां अज दी गुरबाणी दी विचारधारा नाल जोड़िए। अज आपां बाबा फरीद साहब जी दे सलोकां विचों सलोक नंबर 79 तो लैके 81 तक समझण दी कोशिश करांगे। ये पवित्र बाणी श्री गुरु ग्रंथ साहिब जी दे पन्ना नंबर 1382 ते दर्ज है। अज दा जो पहला सलोक है सलोक नंबर 79, उस विच फरीद साहब जी बचन करते ने, फरीदा पंख पराहुणी दुनी सुहावा बाग, नौबत वजी सुबह स्यों चलन का कर साज। पंख दा मतलब है पंछियां दी डार। वो पंछियां दी डार इस दुनिया रूप सोहने बाग दे अंदर परौणियां दी तरह है। आपां वेखदे हां पंछी रात नूं किसे दरखत ते आन के बैठदे ने, दिन निकलदियां ही उडारियां मार के चले जांदे ने। इसे तरह असी जिन्ने भी जीव इस संसार विच आए हाँ, उस पंछियां दी डार दी तरह असी भी परौणियां वांगू जिंदगी दी रात कट के इथों चलिया जाना है। फरीद जी कहंदे ने, फरीदा पंख पराहुणी दुनी सुहावा बाग। ये जिहड़ी दुनिया है ये बहुत ही सुंदर एक बाग है, एक बगीचा है। जिस बाग विच आके साडा मन परमात्मा नूं भुल गया ते इस दुनिया दी सुंदरता वाले पासे लुभाएमान हो गया। वो सानू याद कराउणा चाहुंदे ने कि इस सोहणे बाग विच तुसी सदा नहीं रहना, तुसी उन्हां पंछियां दी डार वांगू इस संसार विचों उठ के चले जाना है। बिरखै हेठ सब जमते इकट्ठे, एक तत्ते एक बोलन मिठे, आस्तो दोत भया उठ चले ज्यों ज्यों औद विहाणियां। जिवें जिवें किसी जी का समा पूरा हो जाता है वो इस सोहणे बाग नूं छड्ड के चलिया जाता है। जदों आपां इस सोहणे बाग की गल करते हैं तो भगत नामदेव जी ने बड़े सोहणे बचन लिखे ने। आप जी फरमाउंदे ने, पहल पुरसा बिरा। पुरसा बिरा दा मतलब है परमात्मा प्रगट होया। पहला पहल जदों ये ब्रह्मंडी रचना नहीं सी अजे रची गई, वो बड़े शांत चित्त विच ते अफुर अवस्था विच किते टिकिया होया सी। पहला पहल जदों इस सृष्टि की रचना होनी सी, वो आप प्रगट होया। अथौन यानी उस तो बाद उहदे प्रगट होण नाल की होया, पुरुषा दमरा। उस पुरुष तो दमरा मैंने माया, ये संसार रूप माया पैदा हुई।
ਅਸਗਾ ਅਸ ਉਸਗਾ। ਪਹਿਲਾਂ ਪਰਮਾਤਮਾ ਪ੍ਰਗਟ ਹੋਇਆ, ਪਰਮਾਤਮਾ ਦੇ ਪ੍ਰਗਟ ਹੋਣ ਨਾਲ ਇਹ ਸੰਸਾਰ ਪ੍ਰਗਟ ਹੋ ਗਿਆ, ਯਾਨੀ ਬ੍ਰਹਿਮੰਡੀ ਰਚਨਾ ਬਣੀ। ਇਸ ਬ੍ਰਹਿਮੰਡੀ ਰਚਨਾ ਯਾਨੀ ਮਾਇਆ ਦਾ ਤੇ ਉਸ ਪਰਮਾਤਮਾ ਦਾ ਇਹ ਜਿਹੜਾ ਮਿਲਾਪ ਹੈ, ਜਿਵੇਂ ਗੁਰਮਤਿ ਸਾਨੂੰ ਸਮਝਾਉਂਦੀ ਏ ਕਿ ਪਰਮਾਤਮਾ ਨੇ ਸ੍ਰਿਸ਼ਟੀ ਬਣਾ ਕੇ ਉਹ ਇਸ ਤੋਂ ਵੱਖਰਾ ਨਹੀਂ ਕਿਤੇ ਬੈਠਾ ਹੋਇਆ, ਸਗੋਂ ਇਹ ਸ੍ਰਿਸ਼ਟੀ ਨੂੰ ਬਣਾ ਕੇ ਉਹ ਇਹਦੇ ਵਿੱਚ ਹੀ ਸਮਾਇਆ ਹੋਇਆ, ਇਹਦੇ ਵਿੱਚ ਹੀ ਬਿਰਾਜਮਾਨ ਹੈ। ਇਸ ਤਰ੍ਹਾਂ ਪਰਮਾਤਮਾ ਤੇ ਪਰਮਾਤਮਾ ਦੀ ਬਣਾਈ ਹੋਈ ਇਹ ਮਾਇਆ ਸੰਸਾਰ, ਜਦੋਂ ਇਹਨਾਂ ਦੋਵਾਂ ਦਾ ਮੇਲ ਹੋਇਆ ਤੇ ਕੀ ਹੋ ਗਿਆ? ਹਰ ਕਾ ਬਾਗਰਾ। ਇਹ ਹਰੀ ਦਾ ਇੱਕ ਬਹੁਤ ਸੁੰਦਰ ਬਾਗ ਬਣ ਗਿਆ। ਨਾਚੈ ਪਿੰਧੀ ਮੈਂ ਸਾਗਰਾ। ਇਸ ਸੰਸਾਰ ਦੇ ਅੰਦਰ ਅਸੀਂ ਜਿੰਨੇ ਜੀਵ ਹਾਂ, ਇਸ ਤਰ੍ਹਾਂ ਉਸ ਮਾਇਆ ਦੀ ਖੇਡ ਨੂੰ ਖੇਡ ਰਹੇ ਹਾਂ। ਜਿਸ ਤਰ੍ਹਾਂ ਖੂਹ ਚੱਲਦਾ ਹੋਵੇ ਤੇ ਉਹਦੀਆਂ ਟਿੰਡਾਂ ਵਿੱਚ ਪਾਣੀ ਉਛਲਦਾ ਹੈ, ਕਦੀ ਉਹ ਥੱਲਿਓਂ ਭਰ ਕੇ ਆਉਂਦੀਆਂ ਨੇ, ਫਿਰ ਉਹ ਪਾੜਸ਼ੇ ਵਿੱਚ ਖਾਲੀ ਹੁੰਦੀਆਂ ਨੇ, ਉਹਦੇ 'ਚੋਂ ਪਾਣੀ ਉਛਲ ਕੇ ਅੱਗੇ ਚਬੱਚੇ 'ਚ ਪੈਂਦਾ ਹੈ, ਅੱਗੇ ਖਾਲੀ ਵਿੱਚ ਜਾ ਕੇ ਫਿਰ ਖੇਤਾਂ ਨੂੰ ਚਲਾ ਜਾਂਦਾ ਹੈ। ਇੱਕ ਉਦਾਹਰਨ ਲਈ ਇਹ ਨਾਮਦੇਵ ਜੀ ਨੇ ਕਿ ਜਿਵੇਂ ਖੂਹ ਦੀਆਂ ਟਿੰਡਾਂ ਦਾ ਪਾਣੀ ਨੱਚਦਾ, ਟੱਪਦਾ, ਉਛਲਦਾ, ਆਪਣੀ ਖੇਡ ਨੂੰ ਖੇਡਦਾ, ਇਸੇ ਤਰ੍ਹਾਂ ਇਹ ਸੰਸਾਰਕ ਜੀਵ ਜਿਹੜੇ ਨੇ ਇਸ ਵਾਹਿਗੁਰੂ ਜੀ ਦੇ ਬਣਾਏ ਹੋਏ ਸੋਹਣੇ ਬਾਗ ਦੇ ਅੰਦਰ ਆਪਣੀ ਜ਼ਿੰਦਗੀ ਰੂਪੀ ਖੇਡ ਖੇਡਦੇ ਰਹਿੰਦੇ ਨੇ ਤੇ ਖੇਡ ਕੇ ਚਲੇ ਜਾਂਦੇ ਨੇ। ਜਾਂਦੇ ਕਦੋਂ ਨੇ? ਨੌਬਤ ਵੱਜੀ ਸੁਬਹਾ ਸਿਉਂ। ਸੁਬਹਾ ਕਦੋਂ ਹੋਣੀ ਹੈ? ਜਦੋਂ ਸਾਡੀ ਜ਼ਿੰਦਗੀ ਰੂਪੀ ਰਾਤ ਦਾ ਅੰਤ ਹੋਣਾ ਹੈ। ਉਸ ਤੋਂ ਅਗਲੀ ਜਿਹੜੀ ਮੂਵਮੈਂਟ ਹੈ ਉਹ ਸੁਬਹਾ ਹੈ, ਉਹ ਅੰਮ੍ਰਿਤ ਵੇਲਾ ਹੈ। ਨੌਬਤ ਵੱਜਣ ਦਾ ਮਤਲਬ ਹੁੰਦਾ ਹੈ ਨਗਾਰਾ ਵੱਜਣਾ, ਧੌਂਸਾ ਵੱਜਣਾ, ਆਵਾਜ਼ ਆਉਣੀ ਵੀ ਤੇਰੀ ਜ਼ਿੰਦਗੀ ਰੂਪੀ ਰਾਤ ਲੰਘ ਗਈ ਏ, ਹੁਣ ਚੱਲਣ ਕਾ ਕਰ ਸਾਜ, ਇੱਥੋਂ ਚੱਲਣ ਦੀ ਤਿਆਰੀ ਕਰ। ਤੇ ਉਂਝ ਜੇ ਆਪਾਂ ਇਹ ਗੱਲ ਨੂੰ ਸਮਝਣਾ ਹੋਵੇ ਕਿ ਉਸ ਵੇਲੇ ਆਪਾਂ ਕੀ ਤਿਆਰੀ ਕਰਾਂਗੇ, ਤਿਆਰੀ ਕਰਨ ਦਾ ਵਕਤ ਤੇ ਹੁਣ ਹੈ ਜਦੋਂ ਸਾਡੇ ਕੋਲ ਜੀਵਨ ਹੈ। ਜਦੋਂ ਜੀਵਨ ਖਤਮ ਹੋਇਆ ਤੇ ਇੱਥੋਂ ਤੁਰਨਾ ਹੀ ਪੈ ਗਿਆ ਜਾਂ ਤੁਰਨਾ ਹੋ ਗਿਆ, ਫਿਰ ਅਸੀਂ ਕੀ ਤਿਆਰੀ ਕਰਾਂਗੇ? ਅਸੀਂ ਜਦੋਂ ਵੀ ਕਿਤੇ ਜਾਣਾ ਹੁੰਦਾ ਹੈ ਯਾਤਰਾ ਤੇ ਦੂਰ ਦੁਰੇਡੇ, ਤੇ ਅਸੀਂ ਉਸ ਯਾਤਰਾ ਤੇ ਜਾਣ ਦੀ ਜਿਹੜੀ ਤਿਆਰੀ ਉਹ ਕੁਝ ਦਿਨ ਪਹਿਲਾਂ ਕਰਦੇ ਹਾਂ, ਉਸੇ ਵਕਤ ਨਹੀਂ ਕਰਦੇ। ਪਹਿਲਾਂ ਟਿਕਟ ਲੈਣੀ ਹੈ, ਰਸਤੇ ਦਾ ਸਾਜੋ ਸਮਾਨ ਚਾਹੀਦਾ ਹੈ, ਰਾਹ ਦਾ ਖਰਚ ਚਾਹੀਦਾ ਹੈ, ਕਿੰਨੀ ਤਿਆਰੀ ਹੁੰਦੀ ਹੈ ਜਾਣ ਵਾਸਤੇ ਕਿਤੇ ਵੀ ਜਾਣਾ ਹੋਵੇ। ਸੋ ਫਰੀਦ ਸਾਹਿਬ ਸਾਨੂੰ ਇੱਕ ਚੇਤਾ ਕਰਾਉਂਦੇ ਨੇ ਕਿ ਤੇਰੀ ਜ਼ਿੰਦਗੀ ਜਿਹੜੀ ਹੈ ਬਹੁਤ ਲੰਮੇ ਸਮੇਂ ਲਈ ਤੈਨੂੰ ਨਹੀਂ ਮਿਲੀ, ਤੂੰ ਚੱਲਣ ਦੀ ਤਿਆਰੀ ਕਰ। ਅਸੀਂ ਕੀ ਕਰ ਰਹੇ ਹਾਂ ਕਿ ਸਾਰੀ ਜ਼ਿੰਦਗੀ ਇਸ ਦੁਨੀਆ ਵਾਲੇ ਸੋਹਣੇ ਬਾਗ ਦੇ ਅੰਦਰ ਅਸੀਂ ਰੱਬ ਜੀ ਨੂੰ ਭੁਲਾ ਕੇ ਤੇ ਇਸ ਮੋਹ ਮਮਤਾ ਵਿੱਚ ਖਚਤ ਹੋਏ ਰਹਿੰਦੇ ਹਾਂ, ਇਹਦੇ ਵਿੱਚ ਲਿਵਲੀਨ ਹੋਏ ਰਹਿੰਦੇ ਹਾਂ, ਚੱਲਣ ਦੀ ਤਿਆਰੀ ਹੀ ਨਹੀਂ ਕਰਦੇ। ਤੇ ਚੱਲਣ ਦੀ ਤਿਆਰੀ ਕੀ ਹੈ? ਕੋਈ ਪੈਸੇ ਨਹੀਂ ਇਕੱਠੇ ਕਰਨੇ, ਕੋਈ ਕੱਪੜੇ ਲੀੜੇ ਨਹੀਂ ਇਕੱਠੇ ਕਰਨੇ, ਕਿਉਂਕਿ ਇਹ ਸਭ ਕੁਝ ਨਾਲ ਜਾਣ ਵਾਲਾ ਨਹੀਂ। ਤੋਸਾ ਜਿਹੜਾ ਜੀ ਦਾ ਹੈ ਉਹ ਹੈ ਵਾਹਿਗੁਰੂ ਜੀ ਦਾ ਨਾਮ। ਅਸੀਂ ਜਿਹੜੀ ਤਿਆਰੀ ਕਰਨੀ ਉਹ ਪਰਮੇਸ਼ਵਰ ਦੇ ਨਾਮ ਸਿਮਰਨ ਨਾਲ ਤਿਆਰੀ ਕਰਨੀ ਹੈ। ਜਿੰਨਾ ਵੱਧ ਤੋਂ ਵੱਧ ਹੋ ਸਕੇ ਸਾਨੂੰ ਨਾਮ ਜਪਣਾ ਚਾਹੀਦਾ, ਇਹ ਸਾਡੀ ਚੱਲਣ ਦੀ ਤਿਆਰੀ ਹੋਏਗੀ। ਜਿਨ੍ਹਾਂ ਨੇ ਜਪਿਆ
ਉਹ ਆਪਣਾ ਇਹ ਵਾਹਿਗੁਰੂ ਜੀ ਦੇ ਨਾਮ ਰੂਪ ਤੋਸਾ ਲੈ ਕੇ, ਭੋਜਨ ਲੈ ਕੇ, ਖਰਚ ਲੈ ਕੇ ਚੱਲ ਪੈਣਗੇ, ਤੇ ਜਿਨ੍ਹਾਂ ਨੇ ਜਪਿਆ ਨਾ ਹੋਏਗਾ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਹੋਣਾ। ਤੇ ਫਿਰ ਜਿਹਦੇ ਪੱਲੇ ਖਰਚਾ ਨਾ ਹੋਵੇ, ਆਪਾਂ ਨੂੰ ਪਤਾ ਹੀ ਉਹਦਾ ਹਾਲ ਕੀ ਹੁੰਦਾ ਹੈ, ਉਹ ਕਿਤੇ ਵੀ ਨਹੀਂ ਪਹੁੰਚ ਪਾਉਂਦਾ। ਸੋ ਅਸੀਂ ਫਿਰ ਕਿਤੇ ਵੀ ਨਹੀਂ ਅੱਪੜ ਸਕਾਂਗੇ, ਫਿਰ ਅਸੀਂ ਉਸ ਸਰਕਲ ਵਿੱਚ ਪੈ ਜਾਵਾਂਗੇ, ਉਸ ਘੁੰਮਣ ਘੇਰੀ ਵਿੱਚ ਪੈ ਜਾਵਾਂਗੇ, ਜਿਹਦੇ ਵਿੱਚੋਂ ਨਿਕਲਣ ਦਾ ਸਮਾਂ ਪਤਾ ਨਹੀਂ ਫਿਰ ਕਦੋਂ ਮਿਲੇਗਾ, ਇਹ ਸਾਨੂੰ ਨਹੀਂ ਪਤਾ। 84 ਲੱਖ ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਂਦਾ। ਪੌੜੀ ਛੁਟਕੀ ਫਿਰ ਹਾਥ ਨਾ ਆਵੇ, ਇਹ ਪੌੜੀ, ਇਹ ਵਕਤ, ਇਹ ਡੰਡਾ, ਇਹ ਸਟੈਪ ਜ਼ਿੰਦਗੀ ਵਾਲਾ ਜੇ ਇੱਥੋਂ ਨਿਕਲ ਗਿਆ ਤੇ ਫਿਰ ਸ਼ਾਇਦ ਸਾਨੂੰ ਸਮਾਂ ਇਹੋ ਜਿਹਾ ਨਾ ਮਿਲੇ। ਹੁਣ ਸਾਡੇ ਕੋਲ ਵਕਤ ਹੈ, ਸਾਨੂੰ ਚਾਹੀਦਾ ਅਸੀਂ ਦੁਨਿਆਵੀ ਧੰਦਿਆਂ ਵੱਲ ਥੋੜ੍ਹਾ ਧਿਆਨ ਘੱਟ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਵੱਲ ਧਿਆਨ ਵਧੇਰੇ ਕਰੀਏ। ਭਾਵੇਂ ਧੰਦੇ ਕਰਨੇ ਨੇ, ਤਿਆਗਣੇ ਨਹੀਂ, ਛੱਡਣੇ ਨਹੀਂ, ਲੇਕਿਨ ਫਿਰ ਵੀ ਇਹਨਾਂ ਵੱਲੋਂ ਥੋੜ੍ਹਾ ਜਿਹਾ ਧਿਆਨ ਹਟਾਇਆ ਜ਼ਰੂਰ ਜਾ ਸਕਦਾ ਹੈ, ਥੋੜ੍ਹਾ ਜਿਹਾ ਘੱਟ ਕੀਤਾ ਜਾ ਸਕਦਾ ਹੈ। ਹਰ ਵਕਤ ਫੜ ਲਓ, ਮਾਰ ਲਓ, ਲੋਭ ਲਾਲਚ ਉਹ ਕਰ ਲਈਏ, 2 ਘੰਟੇ ਵੱਧ ਲਾ ਲਈਏ, 4 ਘੰਟੇ ਓਵਰ ਟਾਈਮ ਬਣ ਗਿਆ, ਪੈਸੇ ਵੱਧ ਮਿਲਣੇ ਨੇ। ਇਹ ਚੀਜ਼ਾਂ ਸਾਰੀਆਂ ਚੰਗੀਆਂ ਨੇ, ਮਾੜੀਆਂ ਨਹੀਂ, ਪਰ ਚੱਲਣ ਕਾ ਕਰ ਸਾਜ ਕਿੱਥੇ ਆ? ਫਿਰ ਚੱਲਣ ਦੀ ਤਿਆਰੀ ਕਦੋਂ ਕਰਾਂਗੇ? ਉਸ ਤਿਆਰੀ ਲਈ ਸਾਨੂੰ ਹੁਣ ਹੀ ਕਮਰ ਕੱਸ ਲੈਣੀ ਚਾਹੀਦੀ ਹੈ, ਲੱਕ ਬੰਨ੍ਹ ਲੈਣਾ ਚਾਹੀਦਾ, ਤੇ ਉਹ ਤਿਆਰੀ ਕਰਨੀ ਚਾਹੀਦੀ ਹੈ ਜਿਹੜੀ ਬੜੀ ਹੀ ਜ਼ਰੂਰੀ ਹੈ। ਉਸ ਤਿਆਰੀ ਵਾਸਤੇ ਸਾਨੂੰ ਫਰੀਦ ਸਾਹਿਬ ਨੇ ਬੜਾ ਸੋਹਣਾ ਮੌਕਾ ਦੱਸਿਆ ਕਿ ਉਹ ਅੰਮ੍ਰਿਤ ਵੇਲੇ ਤਿਆਰੀ ਹੁੰਦੀ ਹੈ। ਫਰੀਦਾ ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੈ ਨਾ ਭਾਓ। ਕਥੂਰੀ ਦਾ ਮਤਲਬ ਹੈ ਕਸਤੂਰੀ। ਕਸਤੂਰੀ ਇੱਥੇ ਇਸ ਲਈ ਵਰਤਿਆ ਗਿਆ ਸ਼ਬਦ ਮੈਨੂੰ ਲੱਗਦਾ ਹੈ ਜਿਵੇਂ ਉਹ ਕਾਫੀ ਮਹਿੰਗੀ ਹੈ ਚੀਜ਼, ਤੇ ਜਿਹੜਾ ਅੰਮ੍ਰਿਤ ਵੇਲਾ ਹੈ ਉਸ ਵੇਲੇ ਜਿਹੜਾ ਪਰਮੇਸ਼ਵਰ ਦਾ ਨਾਮ ਮਿਲਦਾ ਜਿਸ ਵੀ ਕਿਸੇ ਭਾਗਾਂ ਵਾਲੇ ਨੂੰ, ਉਹ ਬੜਾ ਕੀਮਤੀ ਪਦਾਰਥ ਹੈ। ਸੁੱਤਿਆਂ ਮਿਲੈ ਨਾ ਭਾਓ, ਭਾਓ ਦਾ ਇੱਥੇ ਮਤਲਬ ਹੈ ਜੀ ਹਿੱਸਾ। ਅਸਲ 'ਚ ਜਿੰਨੇ ਜੀਵ ਅਸੀਂ ਇਸ ਸੰਸਾਰ ਵਿੱਚ ਹਾਂ, ਪਰਮੇਸ਼ਵਰ ਨੇ ਸਾਨੂੰ ਸਭਨਾਂ ਨੂੰ ਆਪਣਾ ਆਪਣਾ ਹਿੱਸਾ ਭਾਗ ਦੇ ਕੇ ਭੇਜਿਆ ਹੋਇਆ ਹੈ, ਲੇਕਿਨ ਅਸੀਂ ਉਹਦੇ ਵੱਲ ਧਿਆਨ ਹੀ ਨਹੀਂ ਕਰ ਰਹੇ। ਪਰਮੇਸ਼ਵਰ ਦੇ ਨਾਮ ਦਾ ਜਿਹੜਾ ਹਿੱਸਾ ਸਾਡੇ ਵਾਸਤੇ ਹੈ ਨਾ, ਉਹ ਸਾਨੂੰ ਦੇ ਕੇ ਭੇਜਿਆ ਉਹਨੇ, ਪਰ ਅਸੀਂ ਸਾਰੀ ਜ਼ਿੰਦਗੀ ਉਹਦੇ ਵੱਲ ਧਿਆਨ ਨਹੀਂ ਕਰਦੇ। ਫਰੀਦ ਸਾਹਿਬ ਆਖਦੇ ਨੇ, ਭਾਈ ਰਾਤ ਦੇ ਸਮੇਂ ਭਾਵ ਅੰਮ੍ਰਿਤ ਵੇਲੇ ਪਰਮੇਸ਼ਵਰ ਦੇ ਨਾਮ ਰੂਪ ਕਸਤੂਰੀ ਪਰਮਾਤਮਾ ਵੱਲੋਂ ਹੀ ਵੰਡੀ ਜਾਂਦੀ ਏ, ਪਰ ਜਿਹੜੇ ਉਸ ਵੇਲੇ ਸੁੱਤੇ ਰਹਿ ਜਾਣਗੇ ਮੇਰੇ ਵਰਗੇ, ਮਿਲੇ ਨਾ ਭਾਓ, ਉਹਨਾਂ ਨੂੰ ਉਹਨਾਂ ਦਾ ਹਿੱਸਾ ਨਹੀਂ ਮਿਲੇਗਾ, ਉਹ ਰਹਿ ਜਾਣਗੇ ਵਾਂਝੇ। ਜਿਨ੍ਹਾਂ ਨੈਣ ਨੀਂਦਰਾਵਲੇ ਤਿੰਨਾਂ ਮਿਲਨ ਕੁਆਓ, ਜਿਨ੍ਹਾਂ ਦੀਆਂ ਅੱਖਾਂ ਹਮੇਸ਼ਾ ਨੀਂਦ ਨਾਲ ਹੀ ਭਰੀਆਂ ਰਹਿੰਦੀਆਂ ਨੇ, ਅੰਮ੍ਰਿਤ ਵੇਲੇ ਉੱਠ ਵੀ ਜੇ ਪਈਏ ਤੇ ਪਹਿਲੀ ਗੱਲ ਬਹਿਣ ਨੂੰ ਚਿੱਤ ਨਹੀਂ ਕਰਦਾ। ਜੇ ਕਿਤੇ ਯਤਨ ਕਰਕੇ, ਹੱਠ ਕਰਕੇ, ਧੱਕੇ ਧੋੜੇ ਨਾਲ ਬਹਿ ਵੀ ਜਾਈਏ ਨਾਮ ਜਪਣ ਲਈ, ਤੇ ਮਿੰਟ 5 ਵੀ ਨਹੀਂ ਨਿਕਲਦੇ, ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਤਿੰਨਾਂ ਮਿਲਣ ਕੁਆਓ, ਕੁਆਓ ਦਾ ਮਤਲਬ ਹੈ ਕਿਵੇਂ? ਉਹਨਾਂ ਨੂੰ ਉਹਨਾਂ ਦਾ ਹਿੱਸਾ ਕਿਵੇਂ ਮਿਲ ਪਾਏਗਾ ਜੇ ਉਹ ਜਾਗੇ ਹੀ ਨਾ? ਭਾਵੇਂ ਬੰਦਾ ਲੰਮਾ ਪੈ ਕੇ ਸੁੱਤਾ ਹੋਵੇ, ਭਾਵੇਂ ਬਹਿ ਕੇ ਸੁੱਤਾ ਹੋਵੇ, ਗੱਲ ਤੇ ਇੱਕੋ ਹੀ ਹੈ ਨਾ, ਫਰਕ ਤੇ ਕੋਈ ਵੀ ਨਹੀਂ। ਸੋ ਇੱਥੇ ਸਾਨੂੰ ਉਹ ਜਾਗਣ ਵਾਸਤੇ ਕਹਿੰਦੇ ਨੇ ਫਰੀਦ ਸਾਹਿਬ ਕਿ ਸੁਚੇਤ ਹੋਵੋ, ਇਹ ਸਾਡੀ ਜ਼ਿੰਦਗੀ ਵੀ ਇੱਕ ਅੰਮ੍ਰਿਤ ਵੇਲਾ ਹੈ, ਤੇ ਇਸ ਜ਼ਿੰਦਗੀ ਵਿੱਚ ਹੀ ਸਾਨੂੰ ਪਰਮੇਸ਼ਵਰ ਦੇ ਨਾਮ ਵਾਲੀ ਕਸਤੂਰੀ ਪ੍ਰਾਪਤ ਹੋ ਸਕਦੀ ਹੈ। ਤੇ ਜ਼ਿੰਦਗੀ ਅਸੀਂ ਕਿਤੇ ਸੁੱਤਿਆਂ ਹੀ ਨਾ ਗੁਜ਼ਾਰ ਦਈਏ। ਸੁੱਤਿਆਂ ਤੋਂ ਮਤਲਬ ਹੈ ਗਫਲਤ ਦੀ ਨੀਂਦ ਵਿੱਚ। ਕਬੀਰ ਸਾਹਿਬ ਨੇ ਆਖਿਆ, ਅਬ ਮਨ ਜਾਗਤ ਰਹੁ ਰੇ ਪਾਈ,
गाफल होए कै जन्म गवायो, चोर मुसै घर जाई। हे मेरे मना, हुण जागदा रहो, सुचेत हो, हुण सौण दा वक़्त नहीं। ये सचमुच ही मनुखा जीवन गफलत दा समा नहीं। ये बड़ा ही संभालन वाला समा है, जिहड़ा असीं सच्ची अजां ही गवाउंदे रहिंदे हां। गफलत की नींद में सुते रहने आ, बेपरवाही की नींद में सुते रहने आ, बेफिक्री की नींद में सुते रहने आ। जप लवांगे, कदों जप लवांगे? अजे बच्चे छोटे ने, वड्डे हो लैन, फिर इन्हां दी पढ़ाई पूरी हो लवे, फिर काम ते लग जाण, फिर गल इत्थे भी नहीं मुकदी, फिर असीं अगे इन्हां दे विआह हो जाण। हुण की करिए? हुण बच्चे छोटे ने, उन्हां नूं भी तो किसी ने संभालना ही है ना, फिर असीं उन्हां नूं संभालन तुर पैने आ। कदों जपांगे? साडे कोल तो फिर समा ही नहीं बचना। इस नूं गफलत आख्या है गुरबाणी विच, भी गफलत ना करो, अपनी जिम्मेवारी तुसीं निभाईए। हुण जिन्हां दी जिम्मेवारी उन्हां नूं करन दिओ, जो करनगे माड़ा करनगे आपे ठोकरां खा के सुधर जाणगे। आपां भी तो ठोकरां खा खा के सुधरे हां। सो गफलत दी नींद विचों उठना, चोर मुसै घर जाई। साडे हिरदे रूप घर दे अंदर विकार रूप जिहड़ा चोर है, वो सानू लुट रहा। मुस्से तो मतलब है लुटना, वो सानू लुट रहा है। गुरु जी ने लिखा, इस देही अंदर पंच चोर वसै, काम क्रोध लोभ मोह अहंकारा। वो करदे की ने? अमृत लूटै, मन मुख नहीं बूझै, कोई ना सुनै पुकारा। असी मनमुखताई विच गफलत दी नींद विच सुत्तिया होया सानू वो पंज विकार जिहड़े ने साडे अंदर ही ने, वो अंदरों सानू लुटदे रहिंदे ने। अमृत नाम भाव सानू जपन नहीं देंदे, भाव साडे अंदरों चंगे गुण खो लैंदे ने। साडे अंदर दया सत संतोख नहीं रह जांदा। साडे अंदर क्रोध लोभ मोह आदिक चीज़ां आ जांदियां ने, ते ओ मानो सानू एक तरह नाल साडा घर लुटिया जा रहा है। सो इस श्लोक नंबर 80 विच फरीद जी सानू ये गल समझाउंदे ने, भाई जिंदगी रूप इस अमृत वेले नूं संभाल लवो, ते हर रोज़ दा अमृत वेला भी सानू संभालना चाहिए। सुत्तियां पियां नूं साडा हिस्सा सानू नहीं मिलण वाला। जिहड़े सुत्ते रहणगे वो सुत्ते ही रह जाणगे। ते उन्हां ने आख्या कि जिन्हां दे अखां विच जिन्हां दे नैणां विच हर वक्त नींद ही भरी रहिंदी है। जरूरी नहीं कि साडियां अखां 'च नींद ही 24 घंटे रहिंदी है। साडियां अखां जिहड़ी विकारां वाली नींद है, जदों असीं वेखदे हां बुरी निगाह नाल किसे वल, ते वो भी एक तरह की नींद है। जदों असीं लोभ लालच विच ग्रसे हुंदे हां, वो भी एक तरह की नींद है। जदों असीं काम वासना विच घिरे हुंदे हां, वो भी एक तरह नाल गफलत की नींद है। इन्हां विचों जागना है। भाव असीं जिहड़ी 6-7 घंटे साडी शरीरक नींद की सानू जरूरत है, वो तां लैणी है। बाकी जड़ियां नींदरावां विच असीं सुत्ते रहने हां, उन्हां तो जागण लई सानू फरीद जी ने आगाह कीता है। फिर आखदे ने, मैं वेख्या है कि लोग सारी जिंदगी गफलत की नींद में सुत्ते ही मर जाते ने। फरीदा मैं जानिया दुख मुझ को, दुख सबाया जग। मैं सोचदा सां कि ये जिहड़े अंदरले विकार ने, साडा मन है, ये मैनू ही दुखी करदा है। ये लगदा नहीं, ये सिमरन विच नहीं जुड़दा, ये भलियां कम्मां विच नहीं जुड़दा, ये लोभ लालच विच विषय विकारां विच ग्रसिया रहिंदा। मैं तो इस तरह समझदा सां कि ये विकारां वाला दुख सिर्फ मैनू ही लगा होया है। पर मैनू पता लगा कदों, जदों उच्चे चढ़ के देखिया, भाव अपने इस दुख तो थोड़ा जिहा परे हो के वेखिया, दूजियां लोकां नाल बह के गल बात करके वेखिया, जदों दूजियां लोकां नूं समझ के वेखिया, ते की वेखिया? घर घर ये हाग,
ਇਹ ਦੁੱਖ ਤਾਂ ਸਾਰੇ ਸੰਸਾਰ ਦੇ ਜੀਵਾਂ ਨੂੰ ਲੱਗਿਆ ਹੋਇਆ ਹੈ। ਇਹਦੇ ਤੋਂ ਕੋਈ ਵਿਰਲਾ ਬਚਿਆ ਹੈ। ਦਾਵਾ ਅਗਨ ਬਹੁਤ ਤ੍ਰਿਨ ਜਾਲੇ, ਕੋਈ ਹਰਿਆ ਬੂਟ ਰਹੇ ਹੋਰੀ। ਕੋਈ ਵਿਰਲਾ, ਜਦੋਂ ਜੰਗਲ ਨੂੰ ਅੱਗ ਲੱਗਦੀ ਏ, ਸਾਰਾ ਜੰਗਲ ਸੜ ਕੇ ਸੁਆਹ ਹੋ ਜਾਂਦਾ ਹੈ, ਫਨਾਹ ਹੋ ਜਾਂਦਾ ਹੈ, ਸੋਹਣਾ ਬਾਗ ਸੜ ਜਾਂਦਾ ਹੈ। ਕੋਈ ਹਰਿਆ ਬੂਟ ਰਹੇ ਹੋਰੀ, ਕੋਈ ਭਾਗਾਂ ਵਾਲਾ ਬੂਟਾ ਉਸ ਅੱਗ ਤੋਂ ਬਚਿਆ ਰਹਿ ਜਾਂਦਾ ਹੈ। ਦੁੱਖ ਸਬਾਇਆ ਜੱਗ, ਇਹ ਵਿਕਾਰਾਂ ਦਾ ਦੁੱਖ ਸਾਨੂੰ ਸਾਰੇ ਸੰਸਾਰ ਦੇ ਸਭ ਜੀਵਾਂ ਨੂੰ ਲੱਗਿਆ ਹੋਇਆ ਹੈ। ਫਰੀਦ ਜੀ ਆਖਦੇ ਨੇ, ਮੈਂ ਸਮਝਦਾ ਸਾਂ ਕਿ ਇਕੱਲਾ ਮੈਨੂੰ ਹੀ ਹੈ, ਪਰ ਇਹ ਵਿਕਾਰਾਂ ਵਾਲਾ ਦੁੱਖ ਤੇ ਸਭਨਾਂ ਨੂੰ ਹੈ। ਇਹ ਅੱਗ ਤੇ ਹਰ ਘਰ ਵਿੱਚ ਪਈ ਬਲਦੀ ਏ। ਮੈਂ ਆਪਣੇ ਦੁੱਖਾਂ ਤੋਂ ਥੋੜ੍ਹਾ ਜਿਹਾ ਪਾਸੇ ਹੋ ਕੇ ਵੇਖਿਆ। ਗੁਰੂ ਨਾਨਕ ਸਾਹਿਬ ਸਾਨੂੰ ਬਹੁਤ ਸੋਹਣਾ ਸਮਝਾਉਂਦੇ ਨੇ। ਆਖਦੇ ਨੇ, ਬਾਲੀ ਰੋਵੈ ਨਾਹੇ ਪਤਾਰ। ਇਹ ਸ਼ਬਦ ਤੁਸੀਂ ਆਪ ਸਾਰਾ ਪੜ੍ਹ ਕੇ ਵੇਖਣਾ, ਕਿਵੇਂ ਕਿਵੇਂ ਲੋਕ ਰੋ ਰਹੇ ਨੇ। ਪੰਡਿਤ ਰੋਵੈ ਗਿਆਨ ਗਵਾਏ। ਹਰ ਇਨਸਾਨ ਹੀ ਜ਼ਿੰਦਗੀ ਵਿੱਚ ਦੁਖੀ ਏ। ਬਾਲੀ ਤਾਂ ਮਤਲਬ ਏ ਬਾਲੜੀ, ਜੀਵ, ਇਸਤਰੀ ਕਦੋਂ ਰੋਂਦੀ ਏ? ਜਦੋਂ ਉਹਦਾ ਭਤਾਰ, ਉਹਦਾ ਪਤੀ ਉਹਦੇ ਕੋਲ ਨਹੀਂ ਹੁੰਦਾ, ਉਹਦੇ ਵਿਛੋੜੇ ਵਿੱਚ ਉਹ ਦੁਖੀ ਹੋ ਉੱਠਦੀ ਏ ਤੇ ਰੋਂਦੀ ਏ। ਜਿਸ ਤਰ੍ਹਾਂ ਉੱਤੇ ਦੱਸੇ ਸਾਰੇ ਜੀ ਜੰਤ ਰੋਂਦੇ ਨੇ ਪਏ, ਇਸੇ ਤਰ੍ਹਾਂ ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਹੀ ਦੁੱਖਾਂ ਵਿੱਚ ਗਰਸਿਆ ਹੋਇਆ ਹੈ। ਜੀਵ ਰੂਪ ਇਸਤਰੀ ਜਦੋਂ ਪਰਮਾਤਮਾ ਪਤੀ ਨਾਲੋਂ ਵਿਛੜਦੀ ਏ ਤੇ ਉਦੋਂ ਵੀ ਇਹਨੂੰ ਦੁੱਖ ਹੁੰਦਾ ਹੈ, ਉਦੋਂ ਵੀ ਇਹ ਰੋਂਦੀ ਏ। ਜਦੋਂ ਜੀਵ ਇਸ ਸੰਸਾਰ ਵਿੱਚ ਆਉਂਦਾ ਹੈ, ਮਾਤਾ ਦੇ ਉਦਰ ਤੋਂ ਬਾਹਰ ਆਉਂਦਾ ਹੈ, ਇਹ ਰੋਂਦਾ ਕਿਉਂ ਹੈ? ਭਾਈ ਗੁਰਦਾਸ ਨੇ ਸਾਨੂੰ ਬੜਾ ਸੋਹਣਾ ਸਮਝਾਇਆ। ਉਹ ਰੋਵੇ ਦੁੱਖ ਆਪਣਾ, ਹੱਸ ਹੱਸ ਗਾਵੇ ਸਭ ਪਰਿਵਾਰਾ। ਉਹਨੂੰ ਤੇ ਦੁੱਖ ਏ ਵੀ ਉਹ ਆਪਣੇ ਮਾਲਕ ਨਾਲ ਜਿੱਥੇ ਜੁੜਿਆ ਹੋਇਆ ਸੀ, ਸੁਰਤ ਟਿਕੀ ਹੋਈ ਸੀ, ਬਾਹਰ ਆਉਂਦੇ ਜਦੋਂ ਉਹ ਨਾੜੂਆ ਜਿਹਾ ਕੱਟਦੇ ਨੇ ਨਾ, ਸੁਰਤ ਟੁੱਟਦੀ ਉਦੋਂ। ਮੈਂ ਕਿਸੇ ਦਿਨ ਗੱਲ ਕਰਨੀ ਇਹਦੇ ਤੇ, ਮੈਂ ਇੱਕ ਨਾ ਵਿਗਿਆਨੀ ਮਹਾਂਪੁਰਸ਼ ਨੂੰ ਪੜ੍ਹਿਆ। ਉਹ ਕਹਿੰਦੇ ਨੇ ਨਾੜੂਆ ਉਸੇ ਵੇਲੇ ਕੱਟਣਾ ਹੀ ਨਹੀਂ ਚਾਹੀਦਾ, 5-7 ਮਿੰਟ ਬਾਅਦ ਕੱਟਣਾ ਚਾਹੀਦਾ। ਉਹ ਇਹ ਗੱਲ ਦੱਸਦੇ ਨੇ ਵੀ ਬੱਚਾ ਨਾ ਮਾਂ ਦੇ ਉਦਰ ਵਿੱਚ ਜਿਹੜਾ ਸਾਹ ਲੈਂਦਾ ਹੈ, ਉਹ ਬੱਚਾ ਨਹੀਂ ਲੈ ਰਿਹਾ ਹੁੰਦਾ, ਮਾਂ ਦੇ ਸਾਹ ਨਾਲ ਉਸ ਨਾੜੂਏ ਦੁਆਰਾ ਉਹਦਾ ਸਾਹ ਚੱਲਦਾ ਬੱਚੇ ਦਾ। ਤੇ ਜਿਵੇਂ ਹੀ ਬੱਚਾ ਬਾਹਰ ਆਉਂਦਾ, ਆਉਂਦਿਆਂ ਸਾਰੀ ਉਹਦਾ ਸਾਹ ਕੱਟ ਦਿੱਤਾ ਜਾਏ ਤੇ ਉਹਦੀ ਕੀ ਹਾਲਤ ਹੋਏਗੀ? ਜੇ 5-7 ਮਿੰਟ ਰੁਕਿਆ ਜਾਏ ਤੇ ਜਿਹੜਾ ਉਹਦਾ ਸਿਸਟਮ ਹੈ ਨਾ ਨੱਕ ਰਾਹੀਂ ਸਾਹ ਲੈਣ ਦਾ, ਉਹ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਉਹਨੂੰ ਸ਼ਾਇਦ ਤਕਲੀਫ ਨਾ ਹੋਵੇ। ਅਸੀਂ ਉਹਨੂੰ ਉਹਦੇ ਨਾਲੋਂ ਜਿੱਥੇ ਉਹਦੀ ਸੁਰਤ ਜੁੜੀ ਸੀ 1 ਸੈਕਿੰਡ ਵਿੱਚ ਤੋੜ ਕੇ ਪਰਾਂ ਮਾਰਦੇ ਹਾਂ। ਬਸ ਇਹੋ ਹੀ ਦੁੱਖ ਹੈ, ਇਹ ਬਹੁਤ ਵੱਡਾ ਦੁੱਖ ਹੈ। ਬਾਲੀ ਰੋਵੇ ਨਾਹੇ ਪਤਾਰ। ਉਹ ਜੀਵ ਰੂਪ ਇਸਤਰੀ ਉਸ ਵਕਤ ਦੁੱਖ ਵਿੱਚ ਰੋਂਦੀ ਏ ਜਦੋਂ ਉਹਦੀ ਸੁਰਤ ਮਾਲਕ ਨਾਲੋਂ ਟੁੱਟ ਜਾਂਦੀ ਏ। ਨਾਨਕ ਦੁਖੀਆ ਸਭ ਸੰਸਾਰ। ਇਸੇ ਹੀ ਦੁੱਖ ਵਿੱਚ ਸਾਰਾ ਸੰਸਾਰ ਗਰਸਿਆ ਹੋਇਆ ਹੈ। ਤੇ ਗੁਰੂ ਜੀ ਨੂੰ ਪੁੱਛੀਏ ਵੀ ਕੋਈ ਸੁੱਖ ਦਾ ਢੰਗ ਤਰੀਕਾ ਵੀ ਹੈ, ਕਿਸੇ ਤਰ੍ਹਾਂ ਸਾਨੂੰ ਸੁੱਖ ਵੀ ਮਿਲ ਸਕਦਾ? ਦੁਖੀ ਤੇ ਅਸੀਂ ਸਾਰੇ ਹੀ ਹਾਂ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ। ਉਸ ਕਵੀ ਨੇ ਆਖਿਆ ਸੀ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਦੇ ਦਾਸ। ਮੰਨੇ ਨਾਉ ਸੋਈ ਜਿਨ ਜਾਏ। ਜਿਹੜਾ ਪ੍ਰਭੂ ਦੇ ਨਾਮ ਨੂੰ ਜ਼ਿੰਦਗੀ ਵਿੱਚ ਅਪਣਾ ਲੈਂਦਾ ਹੈ, ਉਹ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ। ਜਿਨ ਜਾਏ ਦਾ ਮਤਲਬ ਇੱਥੇ ਆ ਜਿੱਤ ਕੇ ਜਾਣਾ। ਜਿਹੜਾ ਮਨੁੱਖ ਵਾਹਿਗੁਰੂ ਜੀ ਦੇ ਨਾਮ ਵਿੱਚ ਸੁਰਤ ਜੋੜ ਲੈਂਦਾ ਹੈ, ਉਹ ਆਪਣੀ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਂਦਾ। ਔਰੀ ਕਰਮ ਨਾ ਲੇਖੈ ਲਾਏ। ਹੋਰ ਜਿੰਨੇ ਵੀ ਤੁਸੀਂ ਕਰਮ ਕਾਂਡ ਕਰਦੇ ਹੋ ਜੀ ਸਦਕੇ ਕਰਿਆ ਕਰੋ, ਪਰ ਗੁਰੂ ਨਾਨਕ ਸਾਹਿਬ ਦਾ ਮੰਨਣਾ ਇਹ ਕਰਮ ਲੇਖੇ ਵਿੱਚ ਨਹੀਂ ਪੈਣ ਵਾਲੇ। ਲੇਖੇ ਵਿੱਚ ਕੇਵਲ ਇੱਕ ਚੀਜ਼ ਆਉਣੀ ਹੈ, ਪ੍ਰਭੂ ਦਾ ਨਾਮ, ਪ੍ਰਭੂ ਦੀ ਭਗਤੀ। ਸੋ ਸਾਨੂੰ
ਗੁਰਬਾਣੀ ਰਾਹੀਂ ਗੁਰੂ ਮਹਾਰਾਜ ਭਗਤ ਜਨਾਂ ਨੇ, ਮਹਾਂਪੁਰਸ਼ਾਂ ਨੇ ਕਿੰਨੇ ਸੋਹਣੇ ਸੋਹਣੇ ਬਚਨਾਂ ਰਾਹੀਂ ਸਾਨੂੰ ਸਮਝਾਇਆ ਕਿ ਭਾਈ ਇਹ ਜ਼ਿੰਦਗੀ ਬਾਰ-ਬਾਰ ਨਹੀਂ ਮਿਲਣੀ। ਜੇ ਮਿਲੀ ਏ ਇਸ ਜ਼ਿੰਦਗੀ ਦੇ ਵਕਤ ਨੂੰ ਅਜਾਈਂ ਨਾ ਗਵਾਇਆ ਜਾਏ, ਇਸ ਵਕਤ ਨੂੰ ਸੰਭਾਲਿਆ ਜਾਏ। ਸੋ ਅੱਜ ਆਪਾਂ ਇੱਥੇ ਵਿਚਾਰ ਖਤਮ ਕਰਦੇ ਹਾਂ ਜੀ। ਆਉਣ ਵਾਲੇ ਸਮੇਂ 'ਚ ਇਸ ਤੋਂ ਅਗਲੇ ਸਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਬੜੇ ਪਿਆਰ ਨਾਲ ਬੈਠ ਕੇ ਵਿਚਾਰ ਨੂੰ ਸੁਣਿਆ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰੇ ਪਾਸੋਂ ਹੋਈਆਂ ਗਲਤੀਆਂ ਲਈ ਮੈਂ ਖਿਮਾ ਚਾਹੁੰਦਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।